कंटिन्यू करते हैं जी। कंसिडर द फॉलोइंग स्टेटमेंट्स। द बॉम्बे मैनिफेस्टो signed in 1936 openly opposed the preaching of socialist ideals। ਦੇਖੋ ਜੀ, ਜਿਹੜੇ ਆਪਣੇ ਬਿਜ਼ਨਸਮੈਨ ਸੀ ਨਾ, ਉਹ ਇਕੱਠੇ ਹੋ ਕੇ ਉਹਨਾਂ ਨੇ ਬੰਬੇ ਮੈਨੀਫੈਸਟੋ ਲੈ ਕੇ ਆਏ ਸੀ। ਉਹਨਾਂ ਨੇ ਉਸ ਸਮੇਂ ਜਵਾਹਰ ਲਾਲ ਨਹਿਰੂ ਜਾਂ ਹੋਰ ਲੀਡਰ ਵੀ ਸਮਾਜਵਾਦ ਦਾ ਨਾਰਾ ਬੁਲੰਦ ਕਰ ਰਹੇ ਸੀ, ਤਾਂ ਸੋਸ਼ਲਿਸਟ ਆਈਡੀਅਲ ਦੇ ਖਿਲਾਫ ਬੰਬੇ ਮੈਨੀਫੈਸਟੋ ਆਇਆ ਸੀ ਬਿਜ਼ਨਸਮੈਨਾਂ ਦੁਆਰਾ। ਇਹ ਗੱਲ ਸਹੀ ਹੈ। It evoked support from a large section of business community from all across India। ਇਹਦੀ ਸਪੋਰਟ ਵਿੱਚ ਲਾਰਜ ਸੈਕਸ਼ਨ ਆਫ ਬਿਜ਼ਨਸ ਕਮਿਊਨਿਟੀ ਆ ਗਈ ਸੀ। ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਇਹਦੀ ਸਪੋਰਟ ਬਹੁਤੇ ਬਿਜ਼ਨਸਮੈਨਾਂ ਨੇ ਨਹੀਂ ਕੀਤੀ ਸੀ। ਇਹ ਸਮਾਲ ਗਰੁੱਪ ਸੀ। ਦੂਸਰਾ ਗਲਤ ਹੋ ਜਾਂਦਾ ਜੀ। ਕਰੈਕਟ ਹੋ ਗਿਆ ਜੀ ਤੁਹਾਡਾ ਏ ਓਨਲੀ। ਬੰਬਈ ਦੇ 21 ਕਾਰੋਬਾਰੀਆਂ ਦੁਆਰਾ 1936 ਵਿੱਚ ਹਸਤਾਖਰ ਕੀਤੇ ਗਏ ਬੰਬੇ ਮੈਨੀਫੈਸਟੋ ਵਿੱਚ ਨਹਿਰੂ ਦੇ ਸਮਾਜਵਾਦੀ ਆਦਰਸ਼ਾਂ ਦੇ ਪ੍ਰਚਾਰ ਤੇ ਖੁੱਲ੍ਹਾ ਇਲਜ਼ਾਮ ਲਗਾਇਆ ਗਿਆ ਸੀ, ਜੋ ਨਿੱਜੀ ਜਾਇਦਾਦ ਅਤੇ ਦੇਸ਼ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਪੱਖਪਾਤੀ ਮੰਨਿਆ ਜਾਂਦਾ ਸੀ। ਇਹਨਾਂ ਨੇ ਇਹ ਕਿਹਾ ਕਿ ਤੁਸੀਂ ਸਮਾਜਵਾਦ ਲੈ ਕੇ ਆ ਰਹੇ ਆ, ਪਰ ਉਹ ਪਰਸਨਲ ਪ੍ਰਾਪਰਟੀ, ਦੇਸ਼ ਦੇ ਪੀਸ, ਸ਼ਾਂਤੀ ਲਈ ਤੇ ਖੁਸ਼ਹਾਲੀ ਲਈ ਪੱਖਪਾਤੀ ਆ। ਓਕੇ ਜੀ। Which one of the following observation is not true about the Quit India movement of 1942? 1942 ਦੀ ਭਾਰਤ ਛੋੜੋ ਅੰਦੋਲਨ ਬਾਰੇ ਕੁਝ ਗੱਲਾਂ ਕਹੀਆਂ ਗਈਆਂ ਜੀ, ਤਾਂ ਪੁੱਛਿਆ ਗਿਆ ਵੀ ਕਿਹੜੀ ਗੱਲ ਸਹੀ ਨਹੀਂ ਹੈ। It was a non-violent movement। ਆ ਪਹਿਲੀ ਹੀ ਸਟੇਟਮੈਂਟ ਆ ਜਾਂਦੀ ਜੀ, non-violent। ਇਹ ਅਹਿੰਸਕ ਮੂਵਮੈਂਟ ਸੀ। ਨਹੀਂ, ਇਸ ਮੂਵਮੈਂਟ ਵਿੱਚ ਹਿੰਸਾ ਹੋਈ ਸੀ। ਆਮ ਜਨਤਾ ਨੇ ਇਸ ਮੂਵਮੈਂਟ ਵਿੱਚ ਹਿੰਸਾ ਕੀਤੀ ਸੀ, ਕਈ ਤਾਂ ਅੱਗ ਵਗੈਰਾ ਵੀ ਲਾਈ। ਇਹ ਮੂਵਮੈਂਟ ਹਿੰਸਕ ਹੋ ਗਈ ਸੀ। ਪਹਿਲੀ ਹੀ ਸਟੇਟਮੈਂਟ ਗਲਤ ਆ ਜੀ। ਆਨਸਰ ਆ ਜਾਂਦਾ ਏ। What was the reason for ਮਹਾਤਮਾ ਗਾਂਧੀ to organize a ਸੱਤਿਆਗ੍ਰਹਿ on behalf of the peasants of ਖੇਡਾ? ਦੱਸੋ ਜੀ। ਜਿਹੜੇ ਖੇਡਾ ਦੇ, ਗੁਜਰਾਤ ਵਿੱਚ ਖੇਡਾ ਦੇ ਕਿਸਾਨਾਂ ਲਈ ਮਹਾਤਮਾ ਗਾਂਧੀ ਨੇ ਅੰਦੋਲਨ ਸ਼ੁਰੂ ਕੀਤਾ ਸੀ। ਕੀ ਕਾਰਨ ਸੀ ਜੀ ਅੰਦੋਲਨ ਦਾ? The administration did not suspend the land revenue collection in spite of drought। ਦੇਖੋ ਜੀ, ਸੁੱਕਾ ਪੈ ਗਿਆ ਸੀ, ਮੀਂਹ ਵਗੈਰਾ ਹੋਇਆ ਨਹੀਂ ਸੀ ਤੇ ਸੌਖਾ ਪਿਆ ਸੀ, ਤੇ ਪਰ ਫਿਰ ਵੀ ਪ੍ਰਸ਼ਾਸਨ ਨੇ ਜਿਹੜਾ ਆਪਣਾ ਮਾਲੀਆ ਨਾ, ਉਹਨੂੰ ਘਟਾਇਆ ਨਹੀਂ, ਉਹਨੂੰ ਸਸਪੈਂਡ ਨਹੀਂ ਕੀਤਾ। ਕਿਉਂਕਿ ਨਾ ਕੁਝ ਕੰਡੀਸ਼ਨਾਂ ਹੁੰਦੀਆਂ ਆ ਕਿ ਜੇ ਸੌਖਾ ਪੈ ਜਾਏ, ਜੇ ਤੁਹਾਡੀ ਉਪਜ ਇੰਨੀ ਤੋਂ ਇੰਨੀ ਲਿਮਟ ਤੋਂ ਘੱਟ ਜਾਏ, ਤਾਂ ਉਸ ਵੇਲੇ ਕੰਡੀਸ਼ਨ ਸੀ ਕਿ ਤੁਹਾਡਾ ਜਿਹੜਾ ਰੈਵਨਿਊ ਆ ਮਾਫ ਕਰ ਦਿੱਤਾ ਜਾਵੇਗਾ। ਪਰ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ, ਤਾਂ ਇਸ ਗੱਲ ਕਰਕੇ ਗਾਂਧੀ ਨੇ ਉੱਥੇ ਕੀ ਆ, ਸੱਤਿਆਗ੍ਰਹਿ ਕੀਤਾ ਸੀ। ਇਹ ਪੁਆਇੰਟ ਸਹੀ ਹੈ ਜੀ। The administration proposed to introduce permanent settlement in ਗੁਜਰਾਤ। ਪਰਮਾਨੈਂਟ ਸੈਟਲਮੈਂਟ ਵਾਲੀ ਕੋਈ ਗੱਲ ਨਹੀਂ ਸੀ। ਆਪਾਂ ਦੱਸਤਾ ਕਿ ਸੌਖਾ ਪਿਆ ਸੀ ਉਸ ਵੇਲੇ। ਤੇ ਕਰੈਕਟ ਆ ਜੀ ਤੁਹਾਡਾ ਏ, 1 ਓਨਲੀ ਕਰੈਕਟ ਆ। ਅਗਲਾ ਪੁਆਇੰਟ ਦੇਖੋ। ਮਹਾਤਮਾ ਗਾਂਧੀ said that some of his deepest convictions were reflected in a book titled Unto This Last and the book transformed his life। ਠੀਕ ਹੈ ਨਾ। ਕਹਿੰਦਾ ਕਿ ਆਹ ਜਿਹੜੀ ਕਿਤਾਬ ਸੀ ਨਾ, Unto This Last, ਇਸ ਕਿਤਾਬ ਤੋਂ ਗਾਂਧੀ ਜੀ ਨੇ ਕਾਫੀ ਪ੍ਰਭਾਵ ਗ੍ਰਹਿਣ ਕੀਤਾ ਤੇ ਇਸ ਕਿਤਾਬ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ। What was the message from the book that transformed ਮਹਾਤਮਾ ਗਾਂਧੀ? ਦੱਸੋ ਜੀ। ਇਸ ਕਿਤਾਬ ਤੋਂ ਅਜਿਹਾ ਕਿਹੜਾ ਸੰਦੇਸ਼ ਸੀ ਜਿਸ ਕਰਕੇ ਮਹਾਤਮਾ ਗਾਂਧੀ ਦੀ ਜ਼ਿੰਦਗੀ ਬਦਲ ਗਈ? ਇੱਥੇ ਹੁਣ ਤੁਸੀਂ ਤੁੱਕਾ ਨਹੀਂ ਲਾਉਣਾ। ਜੇ ਤੁੱਕਾ ਲਾਓਗੇ ਤਾਂ ਤੁਸੀਂ ਫਸ ਜਾਣਾ ਆ। ਆਨਸਰ ਆ ਜੀ ਬੀ। The good of individual is contained in the good of all। ਠੀਕ ਹੈ ਨਾ। good of individual, ਇੱਕ ਬੰਦੇ ਦੀ ਭਲਾਈ ਕਿਹਦੇ ਵਿੱਚ ਆ? ਜਿੱਥੇ ਸਾਰਿਆਂ ਦੀ ਭਲਾਈ ਹੋਵੇ। ਇੱਥੇ ਮਾਨਵਤਾ ਦੀ ਗੱਲ ਹੋ ਗਈ ਨਾ, ਵੀ ਸਾਡੀ ਭਲਾਈ ਕਿਤੇ ਡਿਪੈਂਡ ਕਰਦੀ ਆ? ਸਾਰਿਆਂ ਦੀ ਭਲਾਈ ਤੇ। ਜੇ ਸਾਰੇ ਖੁਸ਼ ਆ ਤਾਂ ਹੀ ਅਸੀਂ ਖੁਸ਼ ਕਲਾਵਾਂਗੇ। ਇਹ ਹੈ ਜੀ ਆਨਸਰ ਬੀ। With reference to Indian freedom struggle, ਊਸ਼ਾ ਮਹਿਤਾ is well known for। ਦੱਸੋ ਜੀ। ਊਸ਼ਾ ਮਹਿਤਾ ਕਿਸ ਕਰਕੇ ਬਹੁਤ ਪ੍ਰਸਿੱਧ ਹੈ? ਥੋੜਾ ਯਾਦ ਕਰੋ।
ਭਾਰਤ ਛੋੜੋ ਅੰਦੋਲਨ ਦੌਰਾਨ ਇਹਨਾਂ ਦਾ ਨਾਮ ਆਉਂਦਾ ਜੀ। ਇਹ ਤੁਸੀਂ ਯਾਦ ਰੱਖਣੀਆਂ ਗੱਲਾਂ। ਇੱਕ ਨਾ ਪ੍ਰਸ਼ਨ ਆਉਣਾ ਤੁਹਾਨੂੰ ਸਬਜੈਕਟਿਵ ਵਿੱਚ ਵੀ ਆਜ਼ਾਦੀ ਦੇ ਸੁਤੰਤਰਤਾ ਸੰਗਰਾਮ ਵਿੱਚ ਔਰਤਾਂ ਦਾ ਕੀ ਯੋਗਦਾਨ ਆ, ਤਾਂ ਤੁਸੀਂ ਉਸ ਵੇਲੇ ਊਸ਼ਾ ਮਹਿਤਾ, ਅਰੁਣਾ ਆਸਫ ਅਲੀ, ਇਹਨਾਂ ਸਾਰਿਆਂ ਦੇ ਨਾਮ ਯਾਦ ਰੱਖਣੇ ਆ ਤੇ ਉਹਨਾਂ ਦੇ ਯੋਗਦਾਨ ਵੀ ਯਾਦ ਰੱਖਣਾ। ਰਨਿੰਗ ਦਾ ਸੀਕ੍ਰੇਟ ਕਾਂਗਰਸ ਰੇਡੀਓ ਇਨ ਦਾ ਵੇਕ ਆਫ ਕੁਇਟ ਇੰਡੀਆ ਮੂਵਮੈਂਟ, ਠੀਕ ਹੈ ਜੀ। participating in the second round table conference, leading a contingent of Indian National Army, assisting in the formation of interim government under Pandit Jawaharlal Nehru। आंसर ए है जी, ਭਾਰਤ ਛੋੜੋ ਅੰਦੋਲਨ ਦੌਰਾਨ ਉਹਨਾਂ ਨੇ ਸੀਕ੍ਰੇਟ ਰੇਡੀਓ ਚਲਾਇਆ ਸੀ ਜੀ। with reference to the period of Indian freedom struggle, which of the following was or were ਰਿਕਮੈਂਡਡ ਬਾਏ ਨਹਿਰੂ ਰਿਪੋਰਟ, ਦੱਸੋ ਜੀ। ਨਹਿਰੂ ਰਿਪੋਰਟ ਦੀ ਗੱਲ ਹੋ ਰਹੀ ਹੈ ਵੀ ਕਿਹੜੀਆਂ ਗੱਲਾਂ ਨਹਿਰੂ ਰਿਪੋਰਟ ਵਿੱਚ ਸੀਗੀਆਂ। ਕੰਪਲੀਟ ਇੰਡੀਪੈਂਡੈਂਸ ਫॉर ਇੰਡੀਆ, ਨਹੀਂ ਜੀ, ਇਸਨੇ ਕੰਪਲੀਟ ਇੰਡੀਪੈਂਡੈਂਸ ਦੀ ਗੱਲ ਨਹੀਂ ਕੀਤੀ ਸੀ, ਇਸਨੇ ਡੋਮੇਨੀਅਨ ਸਟੇਟਸ ਦੀ ਗੱਲ ਕੀਤੀ ਸੀ। ਇਸੇ ਕਰਕੇ ਜਿਹੜੇ ਤੁਹਾਡੇ ਇਹਨਾਂ ਦੇ ਲੜਕਾ ਸੀ, ਮੋਤੀ ਲਾਲ ਨਹਿਰੂ ਦੇ ਲੜਕੇ ਜਵਾਹਰ ਲਾਲ ਨਹਿਰੂ, ਉਹਨਾਂ ਨੇ ਇਸ ਚੀਜ਼ ਦਾ ਅਪੋਜ਼ ਕੀਤਾ ਸੀ, ਵਿਰੋਧ ਕੀਤਾ ਸੀ। ਆਹ ਪੁਆਇੰਟ ਹੋ ਜਾਂਦਾ ਜੀ ਗਲਤ। ਆਪਾਂ ਕਰੈਕਟ ਚੱਕਣਾ ਆ, ਆਹ ਦੇਖੋ ਜੀ, ਇੱਕ ਚੱਕ ਦੋ, ਇੱਕ ਚੱਕ ਦੋ, ਇੱਕ ਚੱਕ ਦੋ, ਆਂਸਰ ਆਪਣੇ ਆਪ ਬੀ ਆ ਗਿਆ। ਦੂਜਾ ਤੇ ਤੀਜਾ ਸਹੀ ਆ। ਪੜ੍ਹ ਲੈਂਦੇ ਆ ਜੀ। ਜੁਆਇੰਟ ਇਲੈਕਟੋਰੇਟਸ ਫॉर ਰਿਜ਼ਰਵੇਸ਼ਨ ਆਫ ਸੀਟਸ ਫॉर ਮਾਈਨੋਰਿਟੀਜ਼, ਆਹ ਗੱਲ ਕਹੀ ਸੀ। ਇਹਨਾਂ ਨੇ ਕਿਹਾ ਸੀ ਕਿ ਸੈਪਰੇਟ ਇਲੈਕਟੋਰੇਟ ਜਿਹੜਾ ਮਾਈਨੋਰਿਟੀਜ਼ ਨੂੰ ਮਿਲਦਾ ਆ ਉਹਨੂੰ ਹਟਾ ਦਿਓ ਤੇ ਉਹਦੀ ਜਗ੍ਹਾ ਜੁਆਇੰਟ ਇਲੈਕਟੋਰੇਟ ਲੈ ਆਓ ਵਿਦ ਰਿਜ਼ਰਵੇਸ਼ਨ ਆਫ ਸੀਟਸ। ਪ੍ਰੋਵੀਜ਼ਨ ਆਫ ਫੰਡਾਮੈਂਟਲ ਰਾਈਟਸ ਫॉर ਦਾ ਪੀਪਲ ਆਫ ਇੰਡੀਆ ਇਨ ਦਾ ਕੌਨਸਟੀਟਿਊਸ਼ਨ, ਹਾਂਜੀ, ਇਹਨਾਂ ਫੰਡਾਮੈਂਟਲ ਰਾਈਟਸ ਦੀ ਗੱਲ ਕੀਤੀ ਸੀ, ਠੀਕ ਹੈ ਜੀ। The Congress ministries resigned in the 7 provinces in 1939 because, अब ये प्रश्न आ गया जी भी कांग्रेस मिनिस्ट्रियां ने 1939 ਵਿੱਚ ਆਪਣੇ ਪ੍ਰੋਵਿੰਸਸ ਵਿੱਚ ਜਿੱਥੇ ਜਿੱਥੇ ਇਹਨਾਂ ਦੀ ਸਰਕਾਰਾਂ ਸੀ, ਜਿੱਥੇ ਜਿੱਥੇ ਇਹਨਾਂ ਦੇ MLA ਵਗੈਰਾ ਬਣੇ ਚੁਣ ਕੇ ਆਏ ਸੀ, ਉਹ ਸਾਰਿਆਂ ਨੇ ਰਿਜ਼ਾਈਨ ਕਰਤਾ। ਕੀ ਕਾਰਨ ਸੀ ਜੀ? ਕਾਰਨ ਸਾਨੂੰ ਪਤਾ ਕਿ 1939 ਵਿੱਚ ਦੂਸਰੀ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਸੀ ਤੇ ਬ੍ਰਿਟਿਸ਼ ਸਰਕਾਰ ਨੇ ਭਾਰਤੀਆਂ ਨੂੰ ਬਿਨਾਂ ਪੁੱਛੇ ਇਸ ਯੁੱਧ ਦਾ ਹਿੱਸਾ ਬਣਾਤਾ ਸੀ ਵੀ ਹਾਂ ਵੀ ਭਾਰਤ ਵੀ ਇਸ ਯੁੱਧ ਦਾ ਹਿੱਸਾ ਆ, ਭਾਰਤੀਆਂ ਦੇ ਰਿਪਰੈਜ਼ੈਂਟੇਟਿਵ ਨਾਲ ਗੱਲ ਕੀਤੇ ਬਿਨਾਂ। ਤੇ ਇਹ ਸੀ ਜੀ ਮੇਨ ਕਾਰਨ। ਤੇ ਪੜ੍ਹ ਲੈਂਦੇ ਜੀ। ਤਾਂ ਕਾਂਗਰਸ ਕੁਡ ਨਾਟ ਫਾਰਮ ਮਿਨਿਸਟਰੀਜ਼ ਇਨ ਅਦਰ 4 ਪ੍ਰੋਵਿੰਸਸ, ਇਹ ਗੱਲ ਹੈ ਨਹੀਂ ਗੀ। ਅਬੰਡੈਂਸ ਆਫ ਏ ਲੈਫਟ ਵਿੰਗ ਇਨ ਦਾ ਕਾਂਗਰਸ ਮੇਡ ਦਾ ਵਰਕਿੰਗ ਆਫ ਦਾ ਮਿਨਿਸਟਰੀਜ਼ ਇੰਪੋਸੀਬਲ, ਇਹ ਗੱਲ ਹੈ ਨਹੀਂ ਗੀ। ਦੇਅਰ ਵਰ widespread communal disturbances in their provinces, ਇਹ ਵੀ ਗੱਲ ਹੈ ਨਹੀਂ ਕਿ ਜੀ। ਆਂਸਰ ਹੈ ਜੀ ਨਨ, ਇਹਨਾਂ ਵਿੱਚੋਂ ਕੋਈ ਵੀ ਸਹੀ ਨਹੀਂ ਹੈ। ਵਾਇਸਰਾਏ, ਇਹ ਵੀ ਯਾਦ ਰੱਖਣਾ ਕਿ ਉਸ ਸਮੇਂ ਭਾਰਤ ਦਾ ਵਾਇਸਰਾਏ ਕੌਣ ਸੀ? ਉਹ ਸੀ ਜੀ ਲਾਰਡ ਲਿਨਲਿਥਗੋ, ਲਾਰਡ ਲਿਨਲਿਥਗੋ। ਇਸ ਦੁਆਰਾ ਭਾਰਤੀ ਲੋਕਾਂ ਨਾਲ ਸਲਾਹ ਕੀਤੇ ਬਿਨਾਂ ਦੂਜੇ ਵਿਸ਼ਵ ਯੁੱਧ ਵਿੱਚ ਭਾਰਤ ਨੂੰ ਲੜਾਕਾ ਕੋਸ਼ਿਸ਼, ਵੀ ਭਾਰਤ ਵੀ ਹਮਲਾਵਰ ਆ, ਭਾਰਤ ਵੀ ਇਸ ਯੁੱਧ ਦਾ ਹਿੱਸਾ ਆ, ਕੋਸ਼ਿਸ਼ ਕਰਨ ਦੀ ਕਾਰਵਾਈ ਦੇ ਵਿਰੋਧ ਵਿੱਚ ਅਕਤੂਬਰ-ਨਵੰਬਰ 1939 ਵਿੱਚ ਕਾਂਗਰਸ ਦੇ ਮੰਤਰਾਲਿਆਂ ਨੇ ਅਸਤੀਫਾ ਦੇ ਦਿੱਤਾ ਸੀ। ਡਿਊਰਿੰਗ ਇੰਡੀਅਨ ਫਰੀडम ਸਟਰਗਲ, ਭਾਰਤੀ ਸੁਤੰਤਰਤਾ ਸੰਗਰਾਮ ਦੀ ਗੱਲ ਹੋ ਰਹੀ ਹੈ ਜੀ। ਦਾ ਨੈਸ਼ਨਲ ਸੋਸ਼ਲ ਕਾਨਫਰੰਸ ਵਾਜ਼ ਫਾਰਮਡ, ਨੈਸ਼ਨਲ ਸੋਸ਼ਲ ਕਾਨਫਰੰਸ ਦਾ ਨਿਰਮਾਣ ਹੋਇਆ ਸੀ। ਵਾਟ ਵਾਜ਼ ਦਾ ਰੀਜ਼ਨ ਫॉर ਇਟਸ ਫਾਰਮੇਸ਼ਨ, ਦੱਸੋ ਜੀ, ਇਹਦੇ ਨਿਰਮਾਣ ਦਾ ਕੀ ਕਾਰਨ ਸੀ? ਬੇਸਿਕਲੀ ਜਦੋਂ ਤੁਹਾਡੇ ਨੇ ਇੰਡੀਅਨ ਨੈਸ਼ਨਲ ਕਾਂਗਰਸ ਦਾ ਨਿਰਮਾਣ ਹੋਇਆ ਸੀ ਤਾਂ ਉਸ ਵਿੱਚ ਇਹ ਗੱਲ ਕਹੀ ਕਿ ਸ਼ੁਰੂਆਤੀ ਦੌਰ ਵਿੱਚ ਅਸੀਂ ਹੱਲੇ ਸਮਾਜਿਕ ਮੁੱਦੇ ਨਹੀਂ ਇਸ ਵਿੱਚ ਸ਼ਾਮਿਲ ਕਰਾਂਗੇ ਕਿਉਂਕਿ ਸਮਾਜ ਵਿਰੋਧ ਕਰ ਸਕਦਾ, ਤੇ ਅਸੀਂ ਆਪਣਾ ਜਿਹੜਾ ਹੈ ਏਮ ਉਹ ਅੰਗਰੇਜ਼ਾਂ ਦੀ ਪਾਲਿਸੀਆਂ ਦੇ ਖਿਲਾਫ ਹੀ ਰੱਖਦੇ ਹਾਂ। ਤੇ ਸਮਾਜਿਕ ਮੁੱਦਿਆਂ ਲਈ ਅਲੱਗ ਤੋਂ ਇੱਕ ਕਾਨਫਰੰਸ ਬਣਾਈ ਗਈ ਸੀ, ਨੈਸ਼ਨਲ ਸੋਸ਼ਲ ਕਾਨਫਰੰਸ, ਠੀਕ ਹੈ ਜੀ। ਪੜ੍ਹ ਲੈਂਦੇ ਹਾਂ ਜੀ। Different social reforms groups or organizations of Bengal region united to form a single body to discuss the issues of larger interest and to prepare appropriate petitions representation to the government। ਬੰਗਾਲ ਦੀ ਗੱਲ ਨਹੀਂ ਜੀ, ਇਹ ਆ ਜੀ ਗੱਲ, B ਆਂਸਰ ਆ ਜੀ। Indian National Congress did not want to include social reforms in its deliberations and decided to form a separate body for such a purpose। ਹਾਂ ਮੇਨ ਗੱਲ ਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੇ ਕਿਹਾ ਸੀ ਕਿ ਅਸੀਂ ਹਲੇ ਸਮਾਜਿਕ ਰਿਫਾਰਮਸ ਨੂੰ, ਸਮਾਜਿਕ ਸੁਧਾਰਾਂ ਨੂੰ ਆਪਣੀ ਜੋ ਐਸੋਸੀਏਸ਼ਨ ਦਾ ਇਹਦਾ ਇੱਕ ਮੁੱਦਾ ਨਹੀਂ ਬਣਾਵਾਂਗੇ ਤੇ ਇਹਦੇ ਵਿੱਚ ਨਹੀਂ ਹਲੇ ਸ਼ਾਮਿਲ ਕਰਾਂਗੇ ਕਿਉਂਕਿ ਸਮਾਜ ਵਿਰੋਧ ਕਰ ਸਕਦਾ ਸੀ। ਇਸ ਲਈ ਇਹਦੇ ਲਈ ਇੱਕ ਸੈਪਰੇਟ ਬੋਡੀ ਬਣਾ ਦਿਓ ਜੀ, ਸਮਾਜਿਕ ਮੁੱਦਿਆਂ ਲਈ ਅਲੱਗ ਤੋਂ ਇੱਕ ਸੰਸਥਾ ਬਣਾ ਦਿਓ। ਉਹ ਕਿਹੜੀ ਬਣਾਈ ਗਈ ਸੀ? ਨੈਸ਼ਨਲ ਸੋਸ਼ਲ ਕਾਨਫਰੰਸ। ਆਂਸਰ ਆ ਜੀ B।
ਇੰਡੀਅਨ ਨੈਸ਼ਨਲ ਕਾਂਗਰਸ ਆਪਣੇ ਵਿਚਾਰ ਵਟਾਂਦਰੇ ਵਿੱਚ ਸਮਾਜਿਕ ਸੁਧਾਰਾਂ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੀ ਸੀ ਅਤੇ ਅਜਿਹੇ ਉਦੇਸ਼ ਲਈ ਕਿਹੜੇ ਉਦੇਸ਼ ਸਮਾਜਿਕ ਸੁਧਾਰਾਂ ਦੇ ਉਦੇਸ਼ਾਂ ਲਈ ਇੱਕ ਵੱਖਰੀ ਸੰਸਥਾ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ। ਇਹ ਗੱਲ ਜੀ। ਵਿਚ ਆਫ ਦਾ ਫੋਲੋਇੰਗ ਪਾਰਟੀਜ਼ ਵਰ ਐਸਟੈਬਲਿਸ਼ਡ ਬਾय ਡਾਕਟਰ BR ਅੰਬੇਦਕਰ। ਦੱਸੋ ਜੀ ਡਾਕਟਰ BR ਅੰਬੇਦਕਰ ਨੇ ਕਿਹੜੀਆਂ ਪਾਰਟੀਆਂ ਬਣਾਈਆਂ ਸਨ? ਤਾਂ ਪੀਸੰਸ ਐਂਡ ਵਰਕਰਸ ਪਾਰਟੀ ਆਫ ਇੰਡੀਆ, ਨਹੀਂ ਇਹ ਨਹੀਂ ਸੀ ਬਣਾਈ ਉਹਨਾਂ ਨੇ ਇੰਡੀਪੈਂਡੈਂਟ ਲੇਬਰ ਪਾਰਟੀ ਤੇ ਆਲ ਇੰਡੀਆ ਸ਼ੈਡਿਊਲਡ ਕਾਸਟ ਫੈਡਰੇਸ਼ਨ ਬਣਾਈਆਂ ਸੀ। ਠੀਕ ਹੈ ਜੀ, ਦੂਜਾ ਤੀਜਾ ਆਨਸਰ ਆ ਜੀ। ਡਾਕਟਰ BR ਅੰਬੇਦਕਰ ਦੁਆਰਾ ਸਥਾਪਿਤ ਕੀਤੀਆਂ ਗਈਆਂ ਪਾਰਟੀਆਂ ਸਨ ਆਲ ਇੰਡੀਆ ਸ਼ੈਡਿਊਲਡ ਕਾਸਟ ਫੈਡਰੇਸ਼ਨ ਅਤੇ ਸੁਤੰਤਰ ਆਪਣੀ ਇੰਡੀਪੈਂਡੈਂਟ ਲੇਬਰ ਪਾਰਟੀ। ਇਹ ਸੀ ਜੀ ਦੋ ਪਾਰਟੀਆਂ, ਯਾਦ ਕਰ ਲਿਓ, ਇਹ ਇੰਪੋਰਟੈਂਟ ਹੈ। ਮਹਾਤਮਾ ਗਾਂਧੀ undertook fast unto death in 1932 mainly because 1932 ਵਿੱਚ ਮਹਾਤਮਾ ਗਾਂਧੀ ਨੇ ਆਮਰਨ fast unto death ਵਰਤ ਰੱਖਿਆ ਸੀ ਜੀ, ਵੀ ਕੁਛ ਨਹੀਂ ਖਾਣਾ ਭਾਵੇਂ ਮੇਰੀ ਜ਼ਿੰਦਗੀ ਚਲੀ ਜਾਵੇ। ਕਿਉਂ ਰੱਖਿਆ ਸੀ ਉਹਨਾਂ ਨੇ? ਆਨਸਰ ਹੈ ਜੀ ਸੀ, ਰੈਮਸੇ ਮੈਕਡੋਨਾਲਡ ਅਨਾਉਂਸ ਦਾ ਕਮਿਊਨਲ ਅਵਾਰਡ। ਤੁਸੀਂ ਪੜ੍ਹਿਆ ਹੋਏਗਾ ਕਿ ਰੈਮਸੇ ਮੈਕਡੋਨਾਲਡ ਨੇ ਡਿਪਰੈਸਡ ਕਲਾਸਿਸ ਨੂੰ ਵੀ ਸੈਪਰੇਟ ਇਲੈਕਟੋਰੇਟ ਦੇ ਦਿੱਤਾ ਸੀ, ਉਹਨੂੰ ਕਮਿਊਨਲ ਅਵਾਰਡ ਕਹਿੰਦੇ ਆ ਜੀ। ਤਾਂ ਇਸ ਦੇ ਵਿਰੋਧ ਵਿੱਚ ਮਹਾਤਮਾ ਗਾਂਧੀ ਨੇ ਫਾਸਟ ਅਨਟੂ ਡੈਥ ਰੱਖਿਆ ਸੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਾਂ ਦੇਖੋ ਜੀ, ਆਪਾਂ ਕੀ ਕਰਨਾ, ਕਰੈਕਟ ਚੱਕਣੀਆਂ। ਦਾ ਮੋਸਟ ਇਫੈਕਟਿਵ ਕੰਟਰੀਬਿਊਸ਼ਨ ਮੇਡ ਬਾਏ ਦਾਦਾ ਭਾਈ ਨਰੋਜੀ ਦੀ ਸਭ ਤੋਂ ਜ਼ਿਆਦਾ ਯੋਗਦਾਨ ਕਿਹੜਾ ਜੀ? ਟੂ ਦਾ ਕਾਜ਼ ਆਫ ਇੰਡੀਅਨ ਨੈਸ਼ਨਲ ਮੂਵਮੈਂਟ ਵਾਸ ਡੈਟ। ਦੱਸੋ ਜੀ। ਹੀ ਐਕਸਪੋਜ਼ਡ ਦਾ ਇਕਨੋਮਿਕ ਐਕਸਪਲੋਇਟੇਸ਼ਨ ਆਫ ਇੰਡੀਆ ਬਾਏ ਦਾ ਬ੍ਰਿਟਿਸ਼। ਇਹ ਤਾਂ ਗੱਲ ਹੈ, ਉਹਨਾਂ ਨੇ ਦਰਸਾਇਆ ਵੀ ਬ੍ਰਿਟਿਸ਼ ਆ ਜਿਹੜੇ ਉਹ ਸਾਡੇ ਦੇਸ਼ ਦਾ ਆਰਥਿਕ ਐਕਸਪਲੋਇਟੇਸ਼ਨ ਕਿਸ ਤਰ੍ਹਾਂ ਕਰ ਰਹੇ ਆ। ਇਹ ਗੱਲ ਸਹੀ ਹੈ ਜੀ, ਸ਼ੋਸ਼ਣ ਕਿਸ ਤਰ੍ਹਾਂ ਕਰ ਰਹੇ ਆ। ਇੱਥੋਂ ਦੀ ਵੈਲਥ, ਇੱਥੋਂ ਦਾ ਧਨ ਦੌਲਤ ਬ੍ਰਿਟੇਨ ਜਾ ਰਿਹਾ ਸੀ। ਹੀ ਇੰਟਰਪ੍ਰੀਟਡ ਦਾ ਏਸ਼ੀਅੰਟ ਇੰਡੀਅਨ ਟੈਕਸਟ ਐਂਡ ਰੀਸਟੋਰਡ ਦਾ ਸੈਲਫ ਕੌਨਫੀਡੈਂਸ ਆਫ ਇੰਡੀਅਨਸ। ਭਾਰਤੀ ਪ੍ਰਾਚੀਨ ਜਿਹੜੇ ਲਿਖਤਾਂ ਆ ਉਹਨਾਂ ਨੂੰ ਦੁਬਾਰਾ ਇੰਟਰਪ੍ਰੀਟ ਕੀਤਾ ਤੇ ਸਾਡਾ ਸੈਲਫ ਕੌਨਫੀਡੈਂਸ ਵਧਾਇਆ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਸਟ੍ਰੈਸ ਦਾ ਨੀਡ ਫॉर ਐਰੈਡੀਕੇਸ਼ਨ ਆਫ ਆਲ ਦਾ ਸੋਸ਼ਲ ਐਵਿਲਸ ਬਿਫੋਰ ਐਨੀਥਿੰਗ ਐਲਸ। ਉਹ ਕਹਿੰਦੇ ਵੀ ਸਮਾਜਿਕ ਕੁਰੀਤੀਆਂ ਨੂੰ ਹਟਾਓ। ਇਸ ਤਰ੍ਹਾਂ ਦੀ ਗੱਲਾਂ ਨਹੀਂ ਸੀ ਕੋਈ, ਮੇਨ ਉਹਨਾਂ ਦਾ ਆਹੀ ਕੰਮ ਸੀ ਜੀ, ਇਕਨੋਮਿਕ ਐਕਸਪਲੋਇਟੇਸ਼ਨ ਵਾਲਾ। ਤੁਸੀਂ ਭਾਵੁਕ ਹੋ ਕੇ ਕਿਤੇ ਤੀਸਰਾ ਦੂਸਰਾ ਵੀ ਟਿਕ ਨਾ ਕਰਿਆ ਆਇਓ, ਆਨਸਰ ਇੱਕ ਹੀ ਹੈ ਜੀ, ਵਨ ਓਨਲੀ। ਭਾਵੁਕ ਕਹਿਣ ਦਾ ਮਤਲਬ ਤੁਹਾਨੂੰ ਆਹ ਵੀ ਦੇਖਣ ਨੂੰ ਲੱਗਣਾ ਵੀ ਆਹ ਵੀ ਕਾਰਨ ਹੋ ਸਕਦਾ ਜੀ, ਦੂਜਾ ਵੀ ਆਹ ਵੀ ਕਾਰਨ ਹੋ ਸਕਦਾ ਵਿੱਚ ਚੱਕਰਾਂ 'ਚ ਨਹੀਂ ਪੈਣਾ, ਸਿੱਧਾ ਇਹ ਆਨਸਰ ਆ ਜੀ, ਇੱਕ ਹੀ ਆਨਸਰ ਹੈ। ਦਾ ਲਾਹੌਰ ਸੈਸ਼ਨ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ ਕਿਹੜਾ 1929 ਵਾਲਾ ਇਜ਼ ਵੈਰੀ ਇੰਪੋਰਟੈਂਟ ਇਨ ਹਿਸਟਰੀ। ਦੱਸੋ ਜੀ ਇਹ ਇੰਨਾ ਜ਼ਰੂਰੀ ਕਿਉਂ ਆ, ਕੀ ਕਾਰਨ ਸੀ? ਦਾ ਕਾਂਗਰਸ ਪਾਸਡ ਏ ਰੈਜ਼ੋਲੂਸ਼ਨ ਡਿਮਾਂਡਿੰਗ ਕੰਪਲੀਟ ਇੰਡੀਪੈਂਡੈਂਸ। ਇਹ ਗੱਲ ਹੈ ਜੀ, ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ ਕਿ ਅਸੀਂ ਹੁਣ ਪੂਰਨ ਸਵਰਾਜ ਦੀ ਮੰਗ ਕਰਦੇ ਹਾਂ। ਠੀਕ ਹੈ ਜੀ, ਪਹਿਲਾ ਤਾਂ ਸਹੀ ਹੈ ਜੀ। ਦਾ ਰਿਫਟ ਬਿਟਵੀਨ ਦਾ ਐਕਸਟ੍ਰੀਮਿਸਟ ਐਂਡ ਮੋਡਰੇਟਸ ਵਾਜ਼ ਰਿਜ਼ੋਲਵਡ ਇਨ ਦੈਟ ਸੈਸ਼ਨ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। A resolution was passed rejecting the two nation theory in that session। ਇਹ ਵੀ ਕੋਈ ਗੱਲ ਨਹੀਂ। ਠੀਕ ਹੈ ਜੀ, ਇਹ ਹੁਣ ਗੱਲਾਂ ਹੈ ਜੀ 1929 ਦੀਆਂ। ਟੂ ਨੇਸ਼ਨ ਥਿਊਰੀ ਵਗੈਰਾ ਦੀਆਂ ਗੱਲਾਂ ਆਉਂਦੀਆਂ ਆ 40 ਤੋਂ ਬਾਅਦ ਜਾ ਕੇ ਜ਼ਿਆਦਾ, ਤੇ ਇਸ ਕਰਕੇ ਆਨਸਰ ਸਿਰਫ ਇੱਕ ਹੈ ਜੀ, ਵਨ ਓਨਲੀ। ਕਰੈਕਟ ਆਪਾਂ ਲੱਭਣਾ, ਆਹ ਤੁਸੀਂ ਵਰਡ ਜ਼ਰੂਰ ਨੋਟ ਕਰ ਲੈਣਾ, ਕਰੈਕਟ ਪੁੱਛਿਆ ਕਿ ਇਨਕਰੈਕਟ ਪੁੱਛਿਆ। Which of the following are the principal feature of the Government of India Act of 1919। 1919 ਵਾਲੇ ਭਾਰਤ ਸਰਕਾਰ ਦੇ ਐਕਟ ਦੀਆਂ ਮੇਨ ਫੀਚਰ ਦੇਖਣੀਆਂ ਜੀ ਆਪਾਂ। ਇੰਟਰੋਡਕਸ਼ਨ ਆਫ ਡਾਇਆਰਕੀ ਇਨ ਦਾ ਐਗਜ਼ੀਕਿਊਟਿਵ ਗਵਰਨਮੈਂਟ ਆਫ ਦਾ ਪ੍ਰੋਵਿੰਸਸ। ਇਹ ਅਸੀਂ ਪੜ੍ਹਿਆ ਕਿ ਪ੍ਰੋਵਿੰਸਸ ਵਿੱਚ ਡਾਇਆਰਕੀ ਲਿਆਓ ਜੀ, ਡਾਇਆਰਕੀ, ਇਹ ਗੱਲ ਹੈ ਜੀ, ਪਹਿਲਾ ਸਹੀ ਆ। ਇੰਟਰੋਡਕਸ਼ਨ ਆਫ ਸੈਪਰੇਟ ਕਮਿਊਨਲ ਇਲੈਕਟੋਰੇਟਸ ਫॉर ਮੁਸਲਿਮਸ। ਨਹੀਂ ਜੀ, ਮੁਸਲਿਮ ਲਈ ਸੈਪਰੇਟ ਇਲੈਕਟੋਰੇਟ 1909 ਵਾਲੇ ਐਕਟ ਵਿੱਚ ਆ ਗਿਆ ਸੀ, ਇਸ ਕਰਕੇ ਦੂਸਰਾ ਕੀ ਹੋ ਗਿਆ, ਗਲਤ। ਚੱਕੋ ਜੀ ਦੂਸਰਾ, ਪਹਿਲੇ ਤੇ ਤੀਜੇ ਵਿੱਚ ਕੁੰਡੀ ਫਸ ਗਈ। ਡੈਵੋਲੂਸ਼ਨ ਆਫ ਲੈਜਿਸਲੇਟਿਵ ਅਥਾਰਟੀ ਬਾਈ ਦਾ ਸੈਂਟਰ ਟੂ ਦਾ ਪ੍ਰੋਵਿੰਸਸ। ਇਹ ਗੱਲ ਹੈ, ਦੇਖੋ ਨਾ, ਸੈਂਟਰ ਤੋਂ ਕਾਨੂੰਨ ਬਣਾਉਣ ਦੀ ਪਾਵਰ ਕਿਹਨੂੰ ਦੇਤੀ, ਪ੍ਰੋਵਿੰਸਸ ਨੂੰ। ਠੀਕ ਹੈ ਜੀ, ਤੇ ਪ੍ਰੋਵਿੰਸਸ ਵਿੱਚ ਵੀ ਅੱਗੇ ਕਾਨੂੰਨ ਬਣਾਉਣ ਦੀ ਪਾਵਰ ਨੂੰ ਦੋ ਭਾਗਾਂ 'ਚ ਡਿਵਾਈਡ ਕਰਤਾ, ਡਾਇਆਰਕੀ ਲੈ ਆ ਗਏ। ਇਹ ਵੀ ਪੁਆਇੰਟ ਸਹੀ ਹੈ ਜੀ।
ਆਨਸਰ ਹੈ ਜੀ ਸੀ। ਪਹਿਲਾ ਤੇ ਤੀਜਾ ਸਹੀ ਹੈ। ਦ ਰੌਲਟ ਐਕਟ ਏਮਡ ਐਟ, ਫਿਰ ਆ ਗਿਆ ਜੀ ਰੌਲਟ ਐਕਟ, ਕੀ ਸੀ ਜੀ ਇਹਦਾ ਏਮ? ਇਹਦਾ ਏਮ ਸੀ ਜੀ ਬੀ, ਇੰਪ੍ਰਿਜ਼ਨਮੈਂਟ ਵਿਦਆਊਟ ਟਰਾਇਲ ਐਂਡ ਸਮਰੀ ਪ੍ਰੋਸੀਜਰਸ ਫॉर ਟਰਾਇਲ, ਬਿਨਾਂ ਮੁਕੱਦਮਾ ਚਲਾਏ ਕਿਸੇ ਨੂੰ ਵੀ ਤੁਸੀਂ ਕੈਦ ਕਰ ਸਕਦੇ ਸੀ, ਆਹ ਗੱਲ ਸੀ ਜੀ। ਦ ਡਿਮਾਂਡ ਫॉर ਦ ਤੇਬਾਗਾ ਪੀਸੈਂਟ ਮੂਵਮੈਂਟ, ਤਿੰਨ ਭਾਗ ਕਿਸਾਨੀ ਅੰਦੋਲਨ ਸੀ ਜੀ, ਬੰਗਾਲ ਵਿੱਚ ਚੱਲਿਆ। ਇਨ ਬੰਗਾਲ ਵਾਸ, ਦੱਸੋ ਜੀ ਇਹਦੇ ਵਿੱਚ ਕੀ ਡਿਮਾਂਡ ਕੀਤੀ ਗਈ ਸੀ ਕਿਸਾਨਾਂ ਦੁਆਰਾ? ਤਿੰਨ ਭਾਗ। ਉਹ ਕਹਿੰਦੇ ਸੀਗੇ ਕਿ ਜਿਹੜੇ ਸਾਡੇ ਲੈਂਡਲੋਰਡ ਆ ਨਾ, ਉਹਨਾਂ ਨੂੰ ਟੋਟਲ ਜਿਹੜਾ ਸਾਡਾ ਹੈਗਾ ਆ ਆਮਦਨ ਦਾ 3 ਭਾਗ 1/3 ਐਜ਼ ਏ ਟੈਕਸ ਦੇ ਰੂਪ ਵਿੱਚ ਦਿੱਤਾ ਜਾਵੇਗਾ। ਇਹ ਸਾਡੀ ਡਿਮਾਂਡ ਆ। ਵੀ ਪਹਿਲਾਂ 1/2 ਲੈਂਦੇ ਸੀ, ਕਹਿੰਦੇ ਨਹੀਂ 1/3 ਦੋ, 3 ਭਾਗ ਦੇਣਾ ਆਪਾਂ ਜੀ। ਰਿਡਕਸ਼ਨ ਆਫ ਦਾ ਸ਼ੇਅਰ ਆਫ ਦਾ ਲੈਂਡਲੋਰਡਸ ਫਰੋਮ 1/2 to 1/3, 1/2 ਆਫ ਦਾ ਕ੍ਰੌਪ ਟੂ 1/3, ਠੀਕ ਹੈ ਨਾ। ਜਿੰਨੀ ਫਸਲ ਹੋਈ ਪਹਿਲਾਂ 1/2 ਦਿੱਤਾ ਜਾਂਦਾ ਸੀ, ਕਹਿੰਦੇ ਨਹੀਂ 1/3 ਦੇਣਾ ਆਪਾਂ ਜੀ ਲੈਂਡਲੋਰਡ ਨੂੰ, ਆਹ ਗੱਲ ਸੀ ਜੀ। ਇਹ ਆਨਸਰ ਆ ਜੀ। ਐਨੀ ਬੇਸੰਤ ਬਾਰੇ ਗੱਲ ਪੁੱਛੀ ਗਈ ਹੈ ਜੀ। ਵਾਸ, ਦੱਸੋ ਜੀ ਰਿਸਪੋਂਸੀਬਲ ਫॉर ਸਟਾਰਟਿੰਗ ਦਾ ਹੋਮ ਰੂਲ ਮੂਵਮੈਂਟ, ਜਦੋਂ ਵਰਲਡ ਵਾਰ ਫਸਟ ਲੱਗੀ ਸੀ ਤਾਂ ਹੋਮ ਰੂਲ ਮੂਵਮੈਂਟ ਚੱਲੀ ਸੀ ਜੀ। ਐਨੀ ਬੇਸੰਟ ਤੇ ਆਪਣੇ ਤਿਲਕ ਇਹਨਾਂ ਨੇ ਚਲਾਈ ਸੀ ਜੀ ਅਲੱਗ-ਅਲੱਗ ਏਰੀਏ ਵਿੱਚ ਹੋਮ ਰੂਲ ਮੂਵਮੈਂਟ, ਗੱਲ ਸਹੀ ਹੈ ਜੀ। ਦ ਫਾਊਂਡਰ ਆਫ ਦਾ ਥੀਓਸੋਫਿਕਲ ਸੁਸਾਇਟੀ, ਥੀਓਸੋਫਿਕਲ ਸੁਸਾਇਟੀ ਦੀ ਉਹ ਫਾਊਂਡਰ ਸੀ? ਨਹੀਂ ਜੀ, ਮੈਂਬਰ ਤਾਂ ਸੀਗੀ ਪਰ ਫਾਊਂਡਰ ਨਹੀਂ ਸੀ। ਫਾਊਂਡਰ ਹੋਰ ਆ ਜੀ ਬੰਦਾ, ਆਲਕਟ ਸੀ ਫਾਊਂਡਰ, ਇਹ ਫਾਊਂਡਰ ਨਹੀਂ ਸੀ। ਦੂਸਰਾ ਪੁਆਇੰਟ ਗਲਤ ਹੋ ਗਿਆ ਜੀ। ਆਪਾਂ ਕਰੈਕਟ ਸਟੇਟਮੈਂਟ ਚੱਕਣੀ ਆ ਜੀ, ਦੂਸਰਾ ਚੱਕੋ, ਦੂਸਰਾ ਚੱਕੋ। ਪਹਿਲੇ ਤੇ ਤੀਜਾ, ਵਾਸ ਦਾ ਪ੍ਰੈਜ਼ੀਡੈਂਟ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ, ਇਹ ਅਸੀਂ ਪੜ੍ਹਿਆ ਕਿ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਮਹਿਲਾ ਪ੍ਰੈਜ਼ੀਡੈਂਟ ਸੀ। ਤੀਜਾ ਵੀ ਸਹੀ ਹੈ ਜੀ, ਆਂਸਰ ਆ ਗਿਆ ਸੀ। 1 and 3 ਆਰ ਕਰੈਕਟ। ਐਨੀ ਬੇਸੈਂਟ ਨੇ ਆਇਰਿਸ਼ ਹੋਮ ਰੂਲ ਲੀਗ ਤੋਂ ਪ੍ਰਭਾਵਿਤ ਹੋਣ ਕਰਕੇ, ਉਹ ਆਇਰਿਸ਼ ਹੋਮ ਰੂਲ ਲੀਗ ਤੋਂ ਪ੍ਰਭਾਵਿਤ ਸੀ ਤਾਂ ਇਸੇ ਹੀ ਤਰਜ਼ ਤੇ ਫਿਰ ਉਸਨੇ ਭਾਰਤ ਵਿੱਚ ਵੀ ਹੋਮ ਰੂਲ ਮੂਵਮੈਂਟ ਦੀ ਸਥਾਪਨਾ ਕੀਤੀ, ਅਗਵਾਈ ਕੀਤੀ। ਇਸ ਕਰਕੇ ਉਸਨੇ ਹੋਮ ਰੂਲ ਅੰਦੋਲਨ ਦਾ ਗਠਨ ਅਤੇ ਅਗਵਾਈ ਕੀਤੀ। ਕਿੱਥੇ? ਭਾਰਤ ਵਿੱਚ। ਉਹ 1917 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਵੀ ਰਹੀ, ਪਹਿਲੀ ਮਹਿਲਾ ਪ੍ਰਧਾਨ। ਪਰ ਉਹ ਥਿਓਸੋਫਿਕਲ ਸੁਸਾਇਟੀ ਦੀ ਸੰਸਥਾਪਕ ਨਹੀਂ ਸੀ, ਫਾਊਂਡਰ ਨਹੀਂ ਸੀ ਜੀ, ਸਗੋਂ ਉਸ ਇਸ ਸਮਾਜ ਦੀ ਦੂਜੀ ਪ੍ਰਧਾਨ ਸੀ। ਇਸ ਦਾ ਸੰਸਥਾਪਕ ਹੈਨਰੀ ਸਟੀਲ ਆਲਕਟ ਸੀ। ਆਲਕਟ, ਇਹ ਇੰਪੋਰਟੈਂਟ ਪੁਆਇੰਟ ਹੈ ਜੀ, ਆਲਕਟ ਇਸ ਦਾ ਸੰਸਥਾਪਕ ਸੀ। ਹੋਰ ਵੀ 1-2 ਬੰਦੇ ਹੋਣਗੇ ਪਰ ਆਪਣੇ ਐਨੀ ਬੇਸੰਤ ਇਸ ਦੀ ਫਾਊਂਡਰ ਨਹੀਂ ਸੀ ਜੀ। ਅੱਜ ਲਈ ਇੰਨਾ ਹੀ ਰਹਿਣ ਦਿੰਦੇ ਆ ਜੀ, ਬਾਕੀ ਨੈਕਸਟ ਕਲਾਸ ਕਰਾਂਗੇ। ਸ਼ੁਕਰੀਆ, ਸਤਿ ਸ਼੍ਰੀ ਅਕਾਲ।